ਭਾਈ ਜੀ 3 ਲੱਖ ਰੁਪਇਆ ਹੋਵੇ ਤੇ ਉਹਦੇ ਨਾਲ ਕੰਮ ਸ਼ੁਰੂ ਕੀਤਾ ਜਾਏ ਤੇ ਅੱਲਾ ਮੇਰੇ ਦੇ ਹੁਕਮ ਨਾਲ ਬੰਦੇ ਦਾ ਜ਼ਿਹਨ ਹੋਵੇ, ਬੰਦੇ ਨੂੰ ਸਮਝ ਹੋਵੇ ਇਸ ਕੰਮ ਦੀ, ਮਾਲ ਲੈਣ ਦੇਣ ਦੀ, ਤੇ ਇਹਦੇ ਵਿੱਚ ਅੱਲਾਹ ਤਾਲਾ ਮੇਰਾ ਬਰਕਤ ਹੀ ਸੋਹਣਾ ਪਾਏਗਾ। 3 ਲੱਖ ਰੁਪਏ ਦਾ ਮਾਲ ਖਰੀਦ ਕੇ ਬੰਦਾ 2 ਮਹੀਨੇ ਡੰਡਾ ਮਾਰੇ ਤੇ ਰੁਪਈਆ 1.5 ਲੱਖ ਬਚ ਜਾਂਦਾ ਅੱਲਾ ਦੇ ਹੁਕਮ ਦਾ ਜੀ। ਸਿਆਲ ਦੇ ਵਿੱਚ ਤੇ ਅਸੀਂ ਸੁੱਕਾ ਹੀ ਪਾਉਂਦੇ ਜੇ, ਤੇ ਗਰਮੀਆਂ 'ਚ ਸਾਡਾ ਤਰੀਕਾਕਾਰ ਇਹ ਹੈ, ਸਾਫ਼ ਪਾਣੀ 2-3 ਦਫਾ ਧੋ ਕੇ ਉਹਨਾਂ ਨੂੰ ਘੰਟਾ ਸਾਰਾ ਪਾਣੀ ਦੇ ਵਿੱਚ ਪਿਆ ਰਹਿਣ ਦੇਈਦਾ, ਸਾਫ਼ ਪਾਣੀ ਤਾਜ਼ੇ 'ਚ। ਉਸ ਤੋਂ ਬਾਅਦ ਜਨਾਬ ਮੇਰੀ ਉਹ ਪਾਣੀ ਰੋੜ ਕੇ ਸਾਫ਼ ਕੱਪੜਾ ਲੈ ਕੇ, ਚਾਹੇ ਸੇਬੇ ਦੀ ਬੋਰੀ ਲੈ ਕੇ ਉਹਦੇ ਉੱਤੇ ਖਲਾਰ ਛੜੀਦੇ ਨੇ, ਉਹ ਜਨਾਬ ਮੇਰੀ ਪਏ ਰਹਿੰਦੇ ਨੇ। ਸ਼ਾਮਾਂ ਤੱਕ ਇਨਸ਼ਾਅੱਲਾ ਉਹ ਠੀਕ ਹੋ ਜਾਂਦੇ ਨੇ, ਉਹ ਸ਼ਾਮਾਂ ਨੂੰ ਪਾਉਂਦੇ ਹਾਂ ਅਸੀਂ। ਭਾਈ ਜੀ ਅਸੀਂ ਬੱਕਰੀ ਚੰਗੇ ਤੋਂ ਚੰਗੀ ਖਰੀਦਨੇ ਆ, ਸਾਨੂੰ ਉਹਦੇ ਵਿੱਚੋਂ ਕੋਈ 5-10 ਹਜ਼ਾਰ ਰੁਪਇਆ ਬਚੇ ਤੇ ਅਸੀਂ ਸੇਲ ਕਰ ਸਕਦੇ ਹਾਂ ਜਾਂ ਸਾਡਾ ਇਹ ਕਾਰੋਬਾਰ। अस्सलाम वालेकुम जी वालेकुम सलाम। प्यारे भाई की हाल है? अल्लाह दे करम शुक्र खैर खैरियत साहब। जनाब दा की नाम है? जी मेरा नाम वकास। वकास साहब किस इलाके तो तलक है? जी भाई मेरा जिला गुजरात तहसील खारियां पिंड मंडीर। ते प्यारे भाई तुसी किन्ने अरसे तो बकरियां दा कारोबार करदे हो पे? ए भाई जी सानू 18 साल हो गए जी। माशाअल्लाह। दोस्तां नू दसो हां कि 18 साल दा तजर्बा किस तरह दा रहा है, तुसी हुण तक इस काम तो की सिक्खिया है, की हासिल कीता है, केड़ी कोई कामयाबी तुहानू इस काम च मिली है? जी अल्लाह ताला दा बड़ा शुक्र है, अल्लाह ताला दी बड़ी मर्जी है। ये अल्लाह ताला दे हुक्म नाल अगू नबी पाक सल्लल्लाहु अलैहि वसल्लम ना दा भी जेड़ा शौक भी रहा है, उन्हां दी सुन्नत भी है बकरियां रखना। अगू इन्हां दी सेवा करना साडा हक बनदा, क्योंकि असीं इन्हां नू रखे है। इन्हां दी जिंदगी रवे ते ये अपने मालक नू भुखिया नहीं मरन देंदियां। इन्हां चों बहुत फायदा है, अल्लाह दे हुक्म नाल कोई नुकसान नहीं है, अल्लाह दे हुक्म नाल फायदा ही फायदा है इंशाअल्लाह। ते सर इस काम नू किस तरीके नाल कीता जाए? हर एक बंदे दा अपना तरीकेकार हुंदा है, तुहाडा की तरीकेकार है? तुसी इह काम नू किंज करदे हो ते तुहानू इस काम विच नफा मिलदा है, कामयाबी हासिल हुंदी है? जी भाई जी असीं इन्हां नू 7-8 घंटे ਜਿਹੜੇ ਨੇ ਨਾ ਦੇਨੇ ਆ ਟਾਈਮ ਜੀ। ਅੱਗੋਂ ਇਹਨਾਂ ਨੂੰ ਚਗਾਈਦਾ, ਇਹਨਾਂ ਨੂੰ ਥੋੜਾ ਜਿਹਾ ਟਾਈਮ ਦੇਈਦਾ ਕਿ ਇਹਨਾਂ ਦੀ ਸੇਵਾ ਕਰੀਦੀ ਹੈ। ਬਾਹਰ ਪੱਠਾ ਦੱਥਾ ਚਗਾਈਦਾ, ਬੂਟੀ ਬੜੀ ਜੋ ਸਾਡੇ ਕੋਲ ਹੋ ਸਕਦਾ। ਸ਼ਾਮ ਨੂੰ ਜਾ ਕੇ ਇਹਨਾਂ ਨੂੰ ਪਿਆਲੀ 1.5 ਪਿਆਲੀ ਦਾਣੇ ਪਾ ਛੜੀਦੇ ਨੇ, ਤੇ ਅੱਲਾ ਦੇ ਹੁਕਮ ਨਾਲ ਇਨਸ਼ਾਅੱਲਾ ਮਾਲ ਵੀ ਤੰਦਰੁਸਤ ਹੈ, ਸਾਨੂੰ ਵੀ ਇਹ ਫਾਇਦਾ ਹੀ ਦਿੰਦੀਆਂ ਨੇ ਪਈਆਂ, ਨੁਕਸਾਨ ਅੱਜ ਤੱਕ ਜਿਹੜਾ ਫਿਰ ਇਹ ਕੋਈ ਇਹ ਜ਼ਿੰਦਗੀ ਮੌਤ ਤੇ ਅੱਲਾ ਤਾਲਾ ਦੇ ਹੱਥ ਨਾ ਜੀ ਜੀ। ਇਹਨਾਂ ਦੀ ਜ਼ਿੰਦਗੀ ਰਵੇ ਤੇ ਕੰਮ ਫਾਇਦੇ ਵਾਲਾ ਹੀ ਹੈ, ਨੁਕਸਾਨ ਵਾਲਾ ਨਹੀਂ। ਤੇ ਪਿਆਰੇ ਭਾਈ ਤੁਸੀਂ ਜ਼ਿਕਰ ਕੀਤਾ ਹੈ ਸ਼ਾਮੀ ਜਾ ਕੇ ਪਿਆਲੀ ਇੱਕ ਤੁਸੀਂ ਇਹਨਾਂ ਨੂੰ ਗੰਦਮ ਦੇ ਦਾਣੇ ਪਾਉਂਦੇ ਹੋ? ਜੀ ਗੰਦਮ ਦਾ ਦਾਣੇ ਪਾਈਦੇ ਜੇ ਇਹਨਾਂ ਦਿਨਾਂ 'ਚ 1 ਪਿਆਲੀ 2 ਪਿਆਲੀਆਂ ਪਾ ਰਹੇ ਆ। ਕੋਈ ਸਿਆਲ 'ਚ ਥੋੜੇ ਜ਼ਿਆਦਾ ਪਾਉਂਦੇ, ਕਿਉਂਕਿ ਉਹ ਸਿਆਲ ਦੇ ਵਿੱਚ ਥੋੜੀ ਜਿਹੀ ਭੁੱਖ ਛੁੱਕ ਹੋ ਜਾਂਦੀ ਹੈ, ਇਸ ਵਜ੍ਹਾ ਤੋਂ ਇਨਸ਼ਾਅੱਲਾ ਫਿਰ ਇਹਨਾਂ ਦਾ ਥੋੜਾ ਜਿਹੀ ਹੋਰ ਸਾਨੂੰ ਸੇਵਾ ਕਰਨੀ ਪੈਣੀ ਹੈ। ਠੀਕ ਹੈ ਜਾ ਤੇ ਅੱਲਾ ਦੇ ਹੁਕਮ ਨਾਲ ਇਸ ਮਾਲ 'ਚ ਕੋਈ ਘਾਟਾ ਨਹੀਂ ਹੈ। ਤੇ ਇਹ ਜਿਹੜੇ ਗੰਦਮ ਦੇ ਦਾਣੇ ਨੇ ਅਗਰ ਗਰਮੀ 'ਚ ਇਸਤੇਮਾਲ ਕਰਾਣੇ ਨੇ ਉਦੋਂ ਕੀ ਤਰੀਕਾ ਇਸਤੇਮਾਲ ਹੈ, ਤੇ ਸਰਦੀ 'ਚ ਕਿੰਜ ਇਸਤੇਮਾਲ ਕਰਾਉਂਦੇ ਹੋ? ਜੀ ਸਿਆਲ ਦੇ ਵਿੱਚ ਤੇ ਅਸੀਂ ਸੁੱਕਾ ਹੀ ਪਾਉਂਦੇ ਜੇ, ਤੇ ਗਰਮੀਆਂ 'ਚ ਸਾਡਾ ਤਰੀਕਾਕਾਰ ਇਹ ਹੈ, ਸਾਫ਼ ਪਾਣੀ 2-3 ਦਫਾ ਧੋ ਕੇ ਉਹਨਾਂ ਨੂੰ ਘੰਟਾ ਸਾਰਾ ਪਾਣੀ ਦੇ ਵਿੱਚ ਪਿਆ ਰਹਿਣ ਦੇਈਦਾ, ਸਾਫ਼ ਪਾਣੀ ਤਾਜ਼ੇ 'ਚ। ਉਸ ਤੋਂ ਬਾਅਦ ਜਨਾਬ ਮੇਰੀ ਉਹ ਪਾਣੀ ਰੋੜ ਕੇ ਸਾਫ਼ ਕੱਪੜਾ ਲੈ ਕੇ, ਚਾਹੇ ਸੇਬੇ ਦੀ ਬੋਰੀ ਲੈ ਕੇ ਉਹਦੇ ਉੱਤੇ ਖਲਾਰ ਛੜੀਦੇ ਨੇ, ਉਹ ਜਨਾਬ ਮੇਰੀ ਪਏ ਰਹਿੰਦੇ ਨੇ। ਸ਼ਾਮਾਂ ਤੱਕ ਇਨਸ਼ਾਅੱਲਾ ਉਹ ਠੀਕ ਹੋ ਜਾਂਦੇ ਨੇ, ਉਹ ਸ਼ਾਮਾਂ ਨੂੰ ਪਾਉਂਦੇ ਹਾਂ ਅਸੀਂ। ਠੀਕ ਹੈ। ਤੇ ਜਿਹੜੇ ਨਵੇਂ ਦੋਸਤ ਇਸ ਕੰਮ ਵਿੱਚ ਆਉਣਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਦਵੋ ਨਾ ਕੋਈ ਟਿਪਸ ਕਿ ਇਹ ਕੰਮ ਕਿੰਜ ਸ਼ੁਰੂ ਕਰਨ, ਪੱਠਾਂ ਲੈਣ, ਇਹ ਗੱਭਣ ਬੱਕਰੀਆਂ ਲੈਣ, ਜਾਂ ਕਿ ਜਿਹੜੀਆਂ ਬੱਚੇ ਵਾਲੀਆਂ ਬੱਕਰੀਆਂ ਨੇ ਉਹ ਲੈਣ? ਅਸਾਂ ਤੇ ਸਰ ਇਹ ਟਿਪ ਦੇਣਾ ਚਾਹੁੰਦੇ ਹਾਂ ਕਿ ਜਿਸ ਵੀ ਸੱਜਣ ਭਰਾ ਨੇ ਇਹ ਕੰਮ ਸ਼ੁਰੂ ਕਰਨਾ ਵੇ, ਉਹ ਕਿਸੇ ਘਰ ਘਰਾਣੇ ਦੀਆਂ ਕਿਸੇ ਨਸਲ ਵਾਈਜ਼ ਜਿਸ ਬੰਦੇ ਕੋਲੇ ਇਹ ਬੱਕਰੀਆਂ ਨੇ ਉਹਦੇ ਕੋਲੋਂ ਲੈ ਲੇ, ਪੱਠਾਂ ਲੈ ਲੇ, ਬੱਕਰੀਆਂ ਸੂਈਆਂ ਲੈ, ਤੇ ਉਹ ਜ਼ਿਆਦਾ ਫਾਇਦੇਮੰਦ ਨੇ ਉਹਨਾਂ ਦਾ। ਜੇ ਪੱਠਾਂ ਲੈ ਤੇ ਉਹਨੂੰ ਸਾਲ 6 ਮਹੀਨੇ ਰੱਖਣੀਆਂ ਪੈਣੀਆਂ ਨੇ ਇਤਿਆਤ ਨਾਲ, ਵਾ ਕਿਸੇ ਬੱਕਰੇ ਭੈੜੇ ਤੋਂ ਗੁੰਮਣਾ ਜਾਂ ਉਹ ਅੱਗੋਂ ਉਹਨਾਂ ਦੀ ਸੇਵਾ ਕਰਨੀ ਪੈਣੀ ਹੈ। ਉਹ ਸਾਲ ਤੁਸੀਂ ਉਹਨਾਂ 'ਚੋਂ ਕੋਈ ਖੱਟਣਾ ਕੋ ਨਹੀਂ, ਉਹਨਾਂ 'ਤੇ ਲਾਣਾ ਹੈ। ਤੇ ਜਿਹੜੀਆਂ ਬੱਕਰੀਆਂ ਜੋੜੇ ਵਾਲੀਆਂ ਨੇ ਇਹ ਤੁਸੀਂ ਖਰੀਦੋ ਤੇ ਇਹਨਾਂ ਨੂੰ ਰੱਖੋ। ਬੰਦੇ ਦੀ ਅੱਗੋਂ ਗੁੰਜਾਇਸ਼ ਦੇ ਮੁਤਾਬਕ ਕੰਮ ਹੈ ਜੀ। ਗੁੰਜਾਇਸ਼ ਜੇਕਰ ਦੀ ਬੰਦੇ ਕਿਸੇ ਸੱਜਣ ਭਰਾ ਨੂੰ ਹੋਵੇ, 5 ਬੱਕਰੀਆਂ ਲੈ ਲੇ, 2 ਬੱਚੇ ਹੋਣ, ਮਗਰ ਉਹ 5 ਬੱਕਰੀਆਂ ਇੱਕ ਤੇ 15 ਜਾਨਵਰ ਬਣ ਜਾਂਦੇ ਨੇ, ਤੇ ਉਹਨਾਂ ਦੀ ਸੇਵਾ ਕਰੇ ਤੇ ਇਨਸ਼ਾਅੱਲਾ ਸਾਲ ਦੇ ਵਿੱਚ ਉਹ ਜਿਹੜੀਆਂ ਬੱਕਰੀਆਂ ਉਹਨਾਂ ਤੋਂ 5 ਖਰੀਦਣੀਆਂ ਨੇ, ਉਹਨਾਂ ਦੇ ਪੈਸੇ ਵੀ ਲੈ ਜਾਣ ਦੇ, ਤੇ ਬਾਕੀ ਅੱਲਾ ਦੇ ਹੁਕਮ ਨਾਲ ਉਹਨਾਂ ਨੂੰ ਵੀ ਰੋਜ਼ੀ ਠੀਕ ਠਾਕ ਮਿਲੇਗੀ। ਮਾਸ਼ਾਅੱਲਾ ਜੀ, ਸੋਹਣੀ ਸਕੀਮ ਦੱਸੀ ਹੈ ਤੁਸੀਂ। ਯਾਨੀ ਕਿ ਅਗਰ ਕੋਈ ਚਾਹੁੰਦਾ ਹੈ ਕਿ ਉਹਨੂੰ ਜਲਦੀ ਬਚਤ ਮਿਲੇ ਤੇ ਉਹ ਬੱਚਿਆਂ ਵਾਲੀਆਂ ਬੱਕਰੀਆਂ ਲੇ? ਜੀ ਬੱਚਿਆਂ ਵਾਲੀਆਂ ਬੱਕਰੀਆਂ ਖਰੀਦੇ ਜਿਨ੍ਹਾਂ ਵਿੱਚ ਮਗਰ 2 ਬੱਚੇ ਹੋਣ, ਬੱਕਰੀਆਂ ਅੱਛੀਆਂ ਹੋਣ, ਬੱਚੇ ਮਗਰ ਅੱਛੇ ਹੋਣ, ਉਹਨਾਂ ਦੀ ਖਿਦਮਤ ਕਰੇ। ਉਸ ਤੋਂ ਬਾਅਦ 6 ਮਹੀਨਿਆਂ ਬਾਅਦ, ਸਾਲ ਬਾਅਦ ਉਹ ਬੱਚੇ ਜੇ ਉਹਦਾ ਦਿਲ ਚਾਹੁੰਦਾ ਤੇ ਉਹ ਫਰੋਖਤ ਕਰੇ, ਤੇ ਉਹਦੇ 'ਚ ਕੋਈ ਮਿਹਨਤ ਨਹੀਂ, ਉਹਨੂੰ ਅੱਲਾਹ ਤਾਲਾ ਰੋਜ਼ੀ ਵੀ ਦੇਦਾ। ਉਹ ਜਿਹੜੇ ਉਹਨੇ ਪੈਸੇ 5 ਬੱਕਰੀਆਂ ਦੇ ਭਰੇ ਹੋਣ ਦੇ ਉਹ ਵੀ ਲੈ ਜਾਣ ਦੇ। ਉਸ ਤੋਂ ਬਾਅਦ ਜਨਾਬ ਮੇਰੀ ਉਹਨੂੰ ਵੀ ਅੱਲਾਹ ਤਾਲਾ ਵਿੱਚੋਂ ਰੋਜ਼ੀ ਵੀ ਦੇ ਸਕਦਾ। ਅੱਛਾ ਪਿਆਰੇ ਭਾਈ, ਤੁਸੀਂ ਇਹ ਜਿਹੜਾ ਕੰਮ ਹੈ ਇਹਨੂੰ ਕਿਸ ਤਰੀਕੇ ਨਾਲ ਕਰਦੇ ਹੋ? ਨਾਲ ਕੋਈ ਵਪਾਰ ਦਾ ਵੀ ਕੰਮ ਰੱਖਿਆ ਜਾਂ ਕਿ ਇਹਨਾਂ ਦਾ ਕੋਈ ਦੁੱਧ ਸੇਲ ਕਰਕੇ, ਇਹਨਾਂ ਦੇ ਜਾ ਸੇਲ ਕਰਕੇ ਆਪਣਾ ਰੋਜ਼ਗਾਰ ਚਲਾਉਂਦੇ ਹੋ? ਨਾ ਭਾਈ ਜੀ, ਅਸੀਂ ਇਹਨਾਂ ਦੇ ਕਦੇ ਜਾ ਵੇਚੇ ਜੇ ਨਾ ਦੁੱਧ ਵੇਚਿਆ।
ਅਸੀਂ ਇਹਨਾਂ ਦਾ ਵਪਾਰ ਕਰਨੇ ਆ ਜਾਂ ਬੱਕਰੀ ਲੈਣ ਦੀ ਜਿਹਦੇ 'ਚ ਸਾਨੂੰ 4 ਆਨੇ ਬੱਚੇ ਅਸੀਂ ਵੇਚ ਸਕਦੇ ਜੇ, ਅਸੀਂ ਕੋਈ ਨਹੀਂ ਰੱਖਦੇ। ਸਾਡਾ ਕੰਮ ਹੀ ਇਹ ਹੈ, ਵਪਾਰੀ ਹਾਂ ਅਸੀਂ। ਅੱਛਾ, ਜਾ ਤੇ ਥੋੜਾ ਦੋਸਤਾਂ ਨੂੰ ਦੱਸੋ ਹਾਂ ਕਿ ਤੁਸੀਂ ਇਹ ਜਿਹੜਾ ਕੰਮ ਕਰਦੇ ਹੋ ਕਿਸ ਤਰੀਕੇ ਨਾਲ ਕਰਦੇ ਹੋ, ਤੇ ਤੁਹਾਨੂੰ ਇਹ ਜਿਹੜਾ ਵਪਾਰ ਹੈ ਉਹਦੇ 'ਚ ਕੀ ਆਮਦਨ ਹੋਈ ਜਾਂਦੀ ਹੈ? ਭਾਈ ਜੀ ਅਸੀਂ ਬੱਕਰੀ ਚੰਗੇ ਤੋਂ ਚੰਗੀ ਖਰੀਦਨੇ ਆ, ਸਾਨੂੰ ਉਹਦੇ ਵਿੱਚੋਂ ਕੋਈ 5-10 ਹਜ਼ਾਰ ਰੁਪਇਆ ਬਚੇ ਤੇ ਅਸੀਂ ਸੇਲ ਕਰ ਸਕਦੇ ਹਾਂ। ਜਾਂ ਸਾਡਾ ਇਹ ਕਾਰੋਬਾਰ। ਅਸੀਂ ਦੁੱਧ ਸ਼ੁੱਧ ਵਾਲੀ ਗੱਲ ਕੋਈ ਨਹੀਂ, ਨਾ ਬੱਚੇ ਵੇਚੇ ਨੇ ਕਦੇ ਇਹਨਾਂ ਦੇ, ਨਾ ਕਦੇ ਦੁੱਧ ਵੇਚਿਆ। ਅਸੀਂ ਸਿਰਫ ਵਪਾਰ ਕਰਦੇ ਜੀ ਇਹਨਾਂ ਦਾ, ਬੱਕਰੀਆਂ ਦਾ। ਬੱਕਰੀ ਲਿਆਵੀ ਦੀ ਹੈ 30,000 ਦੀ ਆਂਦੀ ਹੈ, ਜੇ ਵਿੱਚੋਂ ਸਾਡੀ 30, 32 ਦੀ, 33 ਦੀ ਗਈ ਹੈ ਤੇ ਅਸੀਂ ਦੇ ਸਕਦੇ ਹਾਂ। 50 ਦੀ ਆਂਦੀ ਹੈ, 60, 65 ਦੀ ਵਿਕੀ ਹੈ ਤੇ ਦੇ ਸੜੀ ਹੈ। ਸਾਡਾ ਇਹ ਕੰਮ ਹੈ, ਇਹ ਸਾਡਾ ਰੁਜ਼ਗਾਰ ਹੈ, ਇਹ ਅਸੀਂ ਕਰਨੇ ਆ। ਤੇ ਹਰ ਮਾਹ ਤੁਹਾਨੂੰ ਫਿਰ ਇਹ ਜਿਹੜਾ ਤੁਸੀਂ ਵਪਾਰ ਦਾ ਕੰਮ ਕਰਦੇ ਹੋ, ਜਾਨਵਰਾਂ ਦਾ ਲੈਣ ਦੇਣ ਕਰਦੇ ਹੋ, ਤੁਹਾਨੂੰ ਕਿੰਨੀ ਕੁ ਕੋਈ ਆਮਦਨ ਹੋਈ ਜਾਂਦੀ ਹੈ? ਉਸਤਾਦ ਜੀ ਕਈ ਬੰਦੇ ਦੇ ਵਿੱਚ ਝੂਠ ਵੀ ਮਾਰਦੇ ਨੇ। ਸਾਨੂੰ 5 ਲੱਖ ਬਚਦਾ ਹੈ, 10 ਲੱਖ ਬਚਦਾ ਹੈ, ਲੱਖ ਬਚਦਾ ਹੈ। ਅਸੀਂ ਸਿੱਧੀ ਗੱਲ ਕਰਨੇ ਆ, ਇਹ ਗੱਲ ਹੈ ਰੋਜ਼ੀ ਅੱਲਾਹ ਤਾਲਾ ਕੋਲੇ ਹੈ, ਇਹ ਨਸੀਬ ਦੀ ਗੱਲ ਹੈ। 30, 35, 40, 50 ਤੱਕ ਵੀ ਅਸੀਂ ਪੈਸੇ ਮਹੀਨੇ ਦੇ ਅੰਦਰ ਅੰਦਰ ਕਮਾਏ ਨੇ ਇਹ ਵਪਾਰ ਤੋਂ। ਵਪਾਰ ਜ਼ਿਆਦਾ ਤੋਂ ਜ਼ਿਆਦਾ ਕਿੰਨੇ ਕਮਾਏ ਜੇ ਮਹੀਨੇ ਦੇ? ਉਸਤਾਦ ਜੀ ਇਹ 40,000 ਤੱਕ ਵੀ, 50,000 ਤੱਕ ਅਸੀਂ ਹੱਦ ਕਮਾਏ ਨੇ। ਅਸੀਂ ਉਂਝ ਪਏ ਆਖੀਏ ਜੀ ਅਸੀਂ 60 ਕਮਾਇਆ, 70 ਕਮਾਇਆ, ਇਹ ਝੂਠ ਵਾਲੀ ਗੱਲ ਹੀ ਕੋਈ ਨਹੀਂ। 50,000 ਤੱਕ ਕਮਾਏ ਨੇ। ਅੱਛਾ, ਤੇ ਅਗਰ ਇਹ ਕੋਈ ਦੋਸਤ ਚਾਹੁੰਦਾ ਕਿ ਉਹ ਵੀ ਬੱਕਰੀਆਂ 'ਚ ਵਪਾਰ ਦਾ ਕੰਮ ਸ਼ੁਰੂ ਕਰੇ, ਤੇ ਉਹਦੇ ਕੋਲ ਫਿਰ ਕਿੰਨਾ ਕੁ ਸਰਮਾਇਆ ਹੋਣਾ ਚਾਹੀਦਾ ਹੈ? ਭਾਈ ਜੀ 3 ਲੱਖ ਰੁਪਇਆ ਹੋਵੇ ਤੇ ਉਹਦੇ ਨਾਲ ਕੰਮ ਸ਼ੁਰੂ ਕੀਤਾ ਜਾਏ, ਤੇ ਅੱਲਾ ਮੇਰੇ ਦੇ ਹੁਕਮ ਨਾਲ ਬੰਦੇ ਦਾ ਜ਼ਿਹਨ ਹੋਵੇ, ਬੰਦੇ ਨੂੰ ਸਮਝ ਹੋਵੇ ਇਸ ਕੰਮ ਦੀ, ਮਾਲ ਲੈਣ ਦੇਣ ਦੀ, ਤੇ ਇਹਦੇ ਵਿੱਚ ਅੱਲਾਹ ਤਾਲਾ ਮੇਰਾ ਬਰਕਤ ਹੀ ਸੋਹਣਾ ਪਾਏਗਾ। 3 ਲੱਖ ਰੁਪਏ ਦਾ ਮਾਲ ਖਰੀਦ ਕੇ ਬੰਦਾ 2 ਮਹੀਨੇ ਡੰਡਾ ਮਾਰੇ ਤੇ ਰੁਪਈਆ 1.5 ਲੱਖ ਬਚ ਜਾਂਦਾ ਅੱਲਾ ਦੇ ਹੁਕਮ ਨਾਲ, ਇਹ ਵਪਾਰ 'ਚ? ਜੀ ਇਨਸ਼ਾਅੱਲਾ। ਠੀਕ ਹੈ। ਫਿਰ ਤੁਹਾਡੇ ਨਜ਼ਦੀਕ ਜਿਹੜਾ ਵਪਾਰ ਦਾ ਕੰਮ ਹੈ, ਲੈਣ ਦੇਣ ਵਾਲਾ ਕੰਮ ਹੈ ਬੱਕਰੀਆਂ ਦਾ, ਉਹ ਬਿਹਤਰ ਹੈ ਜਾਂ ਕਿ ਬੰਦਾ ਇਹਨਾਂ ਨੂੰ ਰੱਖ ਕੇ ਇਹਨਾਂ ਦਾ ਦੁੱਧ ਵੇਚੇ, ਇਹਨਾਂ ਦੇ ਜਾ ਵੇਚੇ, ਉਹ ਕੰਮ ਬਿਹਤਰ ਹੈ? ਇਹ ਭਾਈ ਕੰਮ ਦੋਏ ਠੀਕ ਨੇ, ਗਲਤ ਇਹਨਾਂ ਦੋਵਾਂ 'ਚ ਵੀ ਕੋਈ ਨਹੀਂ। ਅੱਗੋਂ ਬੰਦਾ ਜਿਹੜਾ ਕੰਮ ਕਰਦਾ ਹੈ ਉਹਦੀ ਸੋਚ ਹੋਣੀ ਚਾਹੀਦੀ ਹੈ, ਉਹਨੇ ਰੱਖ ਕੇ ਨਫਾ ਲੈਣਾ ਹੈ ਜਾਂ ਨਾਲੋਂ ਨਾਲ ਲੈਣਾ ਹੈ। ਇਹ ਹਰ ਬੰਦੇ ਦੀ ਆਪਣੀ ਆਪਣੀ ਸੋਚ ਹੈ। ਕਈ ਬੰਦੇ ਨੇ ਉਹ ਮਾਲ ਲਿਆਉਂਦੇ ਨੇ, ਰੋਜ਼ੀ ਲੱਭਦੀ ਹੈ, ਦੇ ਛੱਡਦੇ ਨੇ। ਕਈ ਬੰਦੇ ਨੇ ਉਹ ਮਾਲ ਰੱਖਦੇ ਨੇ, ਉਹਨੂੰ ਮਾਲ ਨੂੰ ਬਣਵਾਉਂਦੇ ਨੇ, ਉਹ ਅੱਗੋਂ ਬੱਕਰੀ ਮੌਸਮ ਆਉਂਦੀ ਹੈ ਫਿਰ ਵੇਚਦੇ ਨੇ। ਹਰ ਬੰਦੇ ਦੀ ਆਪਣੀ ਆਪਣੀ ਸੋਚ ਵਿਚਾਰ ਹੈ। ਜੀ ਜੀ, ਯਾਨੀ ਜਿਹੜੇ ਕੰਮ 'ਚ ਮਿਹਨਤ ਕਰਨੀ ਉਹਦੇ 'ਚ ਉਹਨੂੰ ਸਿਲਾ ਮਿਲਣਾ ਹੈ। ਜਿਤਨੀ ਤੁਸੀਂ ਮਿਹਨਤ ਅੱਛੀ ਕਰਨੀ ਹੈ ਉਤਨੀ ਤੁਹਾਨੂੰ ਅੱਲਾਹ ਤਾਲਾ ਨੇ ਰੋਜ਼ੀ ਅੱਛੀ ਦੇਣੀ ਹੈ। ਜਿਤਨੀ ਕਿ ਤੁਸੀਂ ਕਰ ਸਕੋ ਉਤਨੀ ਮਿਹਨਤ ਜਿਤਨੀ ਤੁਹਾਡੇ ਕੋਲ ਹੋ ਸਕੇ ਕਰੋ, ਅੱਲਾਹ ਮੇਰਾ ਇਨਸ਼ਾਅੱਲਾ ਰੋਜ਼ੀ ਸੋਹਣੀ ਦੇਗਾ। ਸਰ ਤੁਸੀਂ ਤੇ ਫਿਰ ਇਸ ਕੰਮ ਦੇ ਖਿਲਾੜੀ ਹੋ ਨਾ, ਤੁਸੀਂ ਤੇ ਜਾਨਵਰਾਂ ਦਾ ਕਾਫੀ ਜ਼ਿਆਦਾ ਲੈਣ ਦੇਣ ਕਰਦੇ ਹੋ, ਤੇ ਜਿਹੜੇ ਨਵੇਂ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਵੀ ਬੱਕਰੀਆਂ ਦੀ ਖਰੀਦਦਾਰੀ ਦੇ ਮੁਤਲਕ ਕੋਈ ਅੱਛੀਆਂ ਗੱਲਾਂ ਦੱਸੋ ਹਾਂ ਕਿ ਉਹਨਾਂ ਨੂੰ ਚੰਗੀ ਬੱਕਰੀ ਕਿੰਜ ਮਿਲੇਗੀ ਤੇ ਉਹਨਾਂ ਨੂੰ ਉਹਦੀ ਕੀਮਤ ਦਾ ਅੰਦਾਜ਼ਾ ਕਿੰਜ ਹੋਏਗਾ? ਪਹਿਲੀ ਗੱਲ ਤੇ ਇਹ ਹੈ ਭਾਈ, ਜਿਸ ਬੰਦੇ ਨੇ ਕੰਮ ਸ਼ੁਰੂ ਕਰਨਾ ਹੈ, ਜੇ ਮਿਸਾਲ ਤੌਰ ਤੇ ਪਛਣਾ ਬੱਕਰੀਆਂ ਤੋਂ ਕੰਮ ਸ਼ੁਰੂ ਕਰਨਾ ਚਾਹੁੰਦਾ ਹੈ, ਬੱਕਰੀਆਂ ਪਛਣਾ ਉਹ ਲੈ ਜਿਹੜੀਆਂ ਉਹ ਅੱਗੋਂ ਕੋਈ ਬੰਦਾ ਐਸਾ ਨਾਲ ਰੱਖ ਲੈ ਜੇ ਆਪੂ ਨਹੀਂ ਮਸਲ ਸਮਝ, ਕੋਈ ਬੰਦਾ ਜੀ ਤਲਕ ਵਾਲਾ ਹੈ ਸੱਜਣ ਭਰਾ ਨੂੰ ਨਾਲ ਲੈ ਲੈ ਬੱਕਰੀਆਂ, ਉਹ ਲੈ ਜਿਹੜੀਆਂ ਬੱਕਰੀਆਂ ਸੁੰਦੀਆਂ ਫਲਦੀਆਂ ਨੇ, ਪਛਣਾ ਲੈ ਲੈਣ। ਪਤਾ ਇਤਨਾ ਹੋਣਾ ਚਾਹੀਦਾ ਉਸ ਬੰਦੇ ਨੂੰ ਬੱਕਰੀਆਂ ਸੂਣ ਫਲਣ ਵਾਲੀਆਂ ਨੇ, ਫਰਾਲ ਬੱਕਰੀ ਵਿੱਚ ਨਹੀਂ। ਫਰਾਲ ਬੱਕਰੀ ਲੈ ਕੇ ਬੰਦੇ ਨੂੰ ਘੱਟ ਹੈ, ਉਹਨੇ ਸੂਣਾ ਹੀ ਕੋਈ। ਬੱਕਰੀਆਂ ਸੂਣ ਫਲਣ ਵਾਲੀਆਂ ਲਵੋ, ਉਹਨਾਂ ਨੂੰ ਰੱਖੋ, ਉਹਨਾਂ ਨੂੰ ਬਣਵਾਓ ਅੱਛੇ ਬੱਕਰੇ ਤੋਂ, ਅੱਗੋਂ ਕਿਸੇ ਮੌਸਮ ਆਮਨ ਅੱਲਾ ਮੇਰਾ ਉਹਨਾਂ ਨੂੰ ਸੋਹਣੀ ਰੋਜ਼ੀ ਦੇਗਾ ਇਨਸ਼ਾਅੱਲਾ। ਸਰ ਪੁੱਛਣ ਦਾ ਮਕਸਦ ਇਹ ਹੀ ਹੈ ਨਾ ਕਿ ਜਿਹੜਾ ਨਵਾਂ ਬੰਦਾ ਹੈ ਉਹਨੂੰ ਕਿੰਜ ਪਤਾ ਚੱਲੇ ਕਿ ਇਹ ਜਿਹੜੀ ਬੱਕਰੀ ਕੱਲ ਨੂੰ ਉਹਨੂੰ ਫਾਇਦਾ ਦੇ ਦੀ, ਜਿਹੜੀਆਂ ਕੰਜ ਨੇ ਜਾਂ ਜਿਹਨੂੰ ਤੁਸੀਂ ਫਰਾਲ ਕਹਿ ਰਹੇ ਹੋ ਉਹ ਕੱਲ ਨੂੰ ਕਰਾਸ ਨਹੀਂ ਨਾ ਹੁੰਦੀਆਂ, ਉਹਦੀ ਵੀ ਕੋਈ ਨਿਸ਼ਾਨੀ ਦੱਸੋ ਹਾਂ। ਜਿਹੜੀ ਬੱਕਰੀ ਸਰਕਾਰ ਫਰਾਲ ਹੋਵੇ ਦੀ, ਉਹ ਉਂਝ ਬੱਕਰੀਆਂ 'ਚ ਕਈ ਬੱਕਰੀਆਂ ਆਦਤ ਹੁੰਦੀ ਹੈ ਉਹ ਬੋਲਦੀਆਂ ਨੇ, ਬੱਕਰੀਆਂ ਆਦਤ। ਕਈ ਬੱਕਰੀਆਂ ਹੁੰਦੀਆਂ ਨੇ ਉਹ ਉਂਝ ਵੈਸੇ ਦਿਸ ਜਾਂਦੀਆਂ ਨੇ, ਮੋਟੀਆਂ ਢਾਡੀਆਂ ਹੁੰਦੀਆਂ ਨੇ, ਉਹ ਬੱਕਰੀਆਂ ਕਿਸੇ ਵੰਨ ਨਹੀਂ ਆਉਂਦੀਆਂ। ਜਿਹੜੀ ਬੱਕਰੀ ਕਿਸੇ ਵੰਨ ਨਾ ਆਵੇ ਉਹ ਰੱਖਣ ਵਾਲੇ ਨੂੰ, ਜਿਸ ਬੰਦੇ ਨੇ ਕੋਈ 4 ਆਨੇ ਵਿੱਚੋਂ ਲੈਣੇ ਨੇ, ਉਹਨੂੰ ਨੁਕਸਾਨ ਹੈ, ਕਿਉਂ ਉਹ ਕਿਸੇ ਪਾਸੇ ਨਹੀਂ ਲੱਗਦੀ। ਜਿਹੜੀ ਬੱਕਰੀ ਸੂਣ ਫਲਣ ਵਾਲੀ ਹੈ, ਜਿਸ ਮਾਲਕ ਨੇ ਰੱਖਣੀ ਹੈ, ਫਾਇਦਾ ਉਹਨੂੰ ਉਹਦੇ ਵਿੱਚੋਂ ਹੈ, ਕਿਉਂ ਉਹਨੇ ਸੂਣਾ ਫਲਣਾ ਹੈ, ਅੱਗੋਂ ਉਹਦੇ ਬੱਚੇ ਹੋਣੇ ਨੇ, ਉਹਦੇ ਮਾਲਕ ਨੂੰ ਉਹਨਾਂ ਵਿੱਚੋਂ ਰੋਜ਼ੀ ਲੱਭਣੀ ਹੈ। ਜੇ ਇੱਕ ਬੱਕਰੀ ਸੁੰਦੀ ਨਹੀਂ, ਨਾ ਦੁੱਧ ਦਿੰਦੀ ਹੈ, ਉਹ ਨੁਕਸਾਨ ਵਾਲੀ ਹੈ, ਉਹ ਬੱਕਰੀ ਨਾ ਰੱਖੇ ਕੋਈ ਵੀ। ਠੀਕ ਹੈ। ਤੇ ਇਹਨਾਂ ਦੀ ਜਿਹੜੀ ਅੱਜ ਕੱਲ ਇਹਨਾਂ ਦਾ ਜਿਹੜਾ ਰੇਟ ਚੱਲਦਾ ਪਿਆ, ਇਹਨਾਂ ਦੀ ਕੀਮਤ ਦੱਸੋ ਹਾਂ। ਜਿਹੜੇ ਛੋਟੇ ਬੱਚੇ ਨੇ ਉਹਨਾਂ ਦਾ ਕੀ ਰੇਟ ਹੈ, ਜਿਹੜੀਆਂ ਪੱਠਾਂ ਨੇ ਉਹਨਾਂ ਦਾ ਕੀ ਰੇਟ ਚੱਲਦਾ ਪਿਆ, ਦੁੱਧ ਦੇਣ ਵਾਲੀਆਂ ਬੱਕਰੀਆਂ ਦਾ ਕੀ ਰੇਟ ਹੈ? ਜੀ ਭਾਈ ਜੀ ਦੁੱਧ ਦੇਣ ਵਾਲੀ ਬੱਕਰੀਆਂ ਜਿਹੜੀਆਂ 2 ਸੇਰ ਦੁੱਧ ਜਾਂ 3 ਸੇਰ ਦੁੱਧ ਦਿੰਦੀ ਹੈ, ਉਹਨਾਂ ਦੀ 40,000 ਤੋਂ ਲੈ ਕੇ 50,000 ਤੱਕ ਵੀ ਕੀਮਤ ਹੈ। ਪੱਛੜ ਬੱਕਰੀ ਜਿਹੜੀ ਹੈ, ਚੰਗੀਆਂ ਬੱਕਰੀਆਂ ਦੀ ਲੱਖ ਤੱਕ ਹੈ, 1.5 ਲੱਖ ਤੱਕ ਹੈ, ਉਹ ਅੱਗੋਂ ਚਿਕਨ ਦੀ ਬੱਕਰੀ ਹੋਵੇ ਉਂਝ ਦੇ ਰੇਟ ਨੇ, ਬੱਕਰੀ ਦੇ ਮੁਯੱਸਰ ਹੈ। ਠੀਕ ਹੈ। ਤੇ ਇਹਨਾਂ ਦੇ ਕੋਈ ਦੇਸੀ ਇਲਾਜ ਵੀ ਕਰਦੇ ਹੋ ਅਗਰ ਕੋਈ ਬਿਮਾਰੀ ਆਈਏ ਤੇ?
ਭਾਈ ਜੀ ਬਿਮਾਰੀ ਕੋਈ ਆ ਜਾਵੇ ਤੇ ਉਹਦੇ ਇਨਸ਼ਾਅੱਲਾ ਟੀਕੇ ਦਵਾਈਆਂ ਹੈ ਨੇ ਜੋ ਕੋਈ ਅਸੀਂ ਉਹ ਡਾਕਟਰ ਸਾਹਿਬ ਨੇ ਸਾਡਾ ਗੁਜਰਾਤ ਦੇ ਨੇ ਉਹਨਾਂ ਨਾਲ ਰਾਬਤਾ ਹੈ ਉਹਨਾਂ ਨੂੰ ਫੋਨ ਕਰੀਦਾ ਹੈ। ਜਿਸ ਹਿਸਾਬ ਨਾਲ ਜਾਨਵਰ ਨੂੰ ਕੋਈ ਮਸਲਾ ਹੋਵੇ ਉਸ ਹਿਸਾਬ ਨਾਲ ਉਹਨਾਂ ਨੂੰ ਬਿਮਾਰੀ ਬਣਾ ਕੇ ਦੱਸੀ ਦੀ ਹੈ ਉਹ ਟੀਕੇ ਦੱਸਦੇ ਨੇ ਅਸੀਂ ਲਿਆਉਂਦੇ ਹਾਂ ਉਹ ਲਾਉਂਦੇ ਹਾਂ ਅੱਲਾਹ ਤਾਲਾ ਸ਼ਿਫਾ ਦਿੰਦਾ। ਦੇਸੀ ਇਲਾਜ ਕੋਈ ਨਹੀਂ? ਦੇਸੀ ਇਲਾਜ ਭਾਈ ਜੀ ਸਾਡੇ ਕੋਲੇ ਅਸੀਂ ਕੋਈ ਨਹੀਂ ਕਰਦੇ ਘੱਟ ਕਰਨੇ ਆ। ਜਿਹੜਾ ਕੋਈ ਕਰਦੇ ਹੋ ਚਾਹੁੰਦੇ ਕਿ ਜਿਹੜਾ ਵੀ ਕਰਦੇ ਹੋ ਤੁਸੀਂ ਉਹ ਦੋਸਤਾਂ ਨੂੰ ਦੱਸ ਦਵੋ। ਭਾਈ ਜੀ ਅਸੀਂ ਇਹਨਾਂ ਨੂੰ ਲੂਣ ਮਿਰਚੀ ਦਿੰਦੇ ਆ ਜਿਹੜਾ ਹਰ ਬੰਦਾ ਦਿੰਦਾ ਹੈ। ਦਰਫੜ ਮਿਰਚਾਂ ਹੋ ਗਈਆਂ, ਕਾਲੀਆਂ ਮਿਰਚਾਂ ਹੋ ਗਈਆਂ, ਕਾਲੀ ਜੀਰੀ ਹੋ ਗਈ, ਚਿੱਟਾ ਸ਼ੀਸ਼ਾ ਲੂਣ ਹੋ ਗਿਆ। ਇਹ 4-5 ਚੀਜ਼ਾਂ ਐਸੀਆਂ ਨੇ, ਸੌਂਫ ਜਵੈਨ ਹੋ ਗਈ, ਇਹ ਚੀਜ਼ਾਂ ਮਿਕਸ ਕਰ ਲਈਆਂ ਨੇ। ਉਹ 2-2 ਚਮਚੀਆਂ ਵੱਡੀਆਂ ਬੱਕਰੀਆਂ ਨੂੰ ਇਹ ਛੋਟਿਆਂ ਨੂੰ 1-1 ਚਮਚੀ ਦੇ ਸਕਦੇ ਅਸੀਂ ਜਨਾਬ। ਠੀਕ ਹੈ। ਤੇ ਜਿਹੜੇ ਦੋਸਤ ਇਹ ਕੰਮ ਕਰਨਾ ਚਾਹੁੰਦੇ ਨੇ ਉਹਨਾਂ ਨੂੰ ਕੋਈ ਅੱਛਾ ਜਿਹਾ ਸਲਾਹ ਮਸ਼ਵਰਾ ਦੇ ਦਿਓ। ਭਾਈ ਜੀ ਸਾਡੇ ਵਾ ਅਸੀਂ ਅੱਗੇ ਵੀ ਇਹੀ ਗੱਲ ਕੀਤੀ ਹੈ ਵਾ ਜਿਹੜੇ ਬੰਦੇ ਭਰਾ ਸੱਜਣ ਬੇਲੀ ਇਹਨਾਂ ਦਾ ਵਪਾਰ ਜਾਂ ਵੈਸੇ ਆਮਦਨ ਵਾਸਤੇ ਰੱਖਣਾ ਚਾਹੁੰਦੇ ਨੇ ਉਹ ਬੱਕਰੀਆਂ ਅੱਛੀਆਂ ਲੈਣ, ਅੱਛੀ ਨਸਲ ਦੀਆਂ ਲੈਣ, ਫਿਰ ਟੁਰ ਕੇ ਤੱਕ ਵੇਖ ਕੇ ਜਨਾਬ ਮੇਰੀ ਉਹ ਅੱਗੋਂ ਲਿਆ ਕੇ ਉਹਨਾਂ ਦੀ ਖਿਦਮਤ ਕਰਨ। ਅੱਲਾ ਮੇਰਾ ਉਹਨਾਂ ਨੂੰ ਇਨਸ਼ਾਅੱਲਾ ਉਹਦੇ ਵਿੱਚੋਂ ਨਫਾ ਦੇਗਾ ਇਨਸ਼ਾਅੱਲਾ ਜ਼ਰੂਰ। ਜੀ ਸਰ ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਵਕਤ ਦਿੱਤਾ ਹੈ। ਤੇ ਜਿਹੜੇ ਦੋਸਤ ਤੁਹਾਡੇ ਨਾਲ ਰਾਬਤਾ ਕਰਨਾ ਚਾਹੁੰਦੇ ਨੇ ਕੋਈ ਜਾਨਵਰ ਲੈਣਾ ਚਾਹੁੰਦੇ ਨੇ ਜਾਂ ਕੋਈ ਮਾਲੂਮਾਤ ਲੈਣਾ ਚਾਹੁੰਦੇ ਨੇ ਭਾਈ ਹਰਾਂ ਦਾ ਰਾਬਤਾ ਨੰਬਰ? ਜੀ ਮੇਰਾ ਨੰਬਰ ਹੈ ਜੈਜ਼ ਦਾ 0305 52 99 699। ਜੀ ਸਰ ਬਹੁਤ ਸ਼ੁਕਰੀਆ ਜੀ, ਅੱਲਾ ਹਾਫਿਜ਼।